ਸਤਿ ਸ਼੍ਰੀ ਅਕਾਲ ਸਟੂਡੈਂਟਸ। ਸੋ ਕਾਫੀ ਸਟੂਡੈਂਟਸ ਨੇ ਜਿਹੜਾ ਕੋਆਪਰੇਟਿਵ ਸੁਸਾਇਟੀਜ਼ ਇੰਸਪੈਕਟਰ ਵਾਸਤੇ ਅਪਲਾਈ ਕੀਤਾ ਆ, ਰਾਈਟ। ਸੋ ਉਹਦੇ ਵਾਸਤੇ ਉਹ ਸਿਲੇਬਸ ਮੈਨੂੰ ਪੁੱਛ ਰਹੇ ਆ ਵੀ ਅਸੀਂ ਕਿੱਥੋਂ ਪ੍ਰਿਪੇਅਰ ਕਰੀਏ ਤਾਂ ਕਿ ਸਾਡਾ ਸਾਰਾ ਦਾ ਸਾਰਾ ਸਿਲੇਬਸ ਜਿਹੜਾ ਕਵਰ ਹੋ ਜਾਏ। ਕਾਫੀ ਸਟੂਡੈਂਟਸ ਮੈਨੂੰ ਕੋਰਸ ਸਟਾਰਟ ਕਰਨ ਲਈ ਕਹਿ ਰਹੇ ਸੀ, ਬਟ ਇਹ ਪੋਸੀਬਲ ਨਹੀਂ ਹੈਗਾ ਕਿ ਇੰਨੇ ਸਾਰੇ ਸਬਜੈਕਟਸ ਨੂੰ ਮੈਂ ਕਵਰ ਕਰਾ ਦਾਂ, ਉਹ ਵੀ ਇੰਨੇ ਛੋਟੇ ਟਾਈਮ ਦੇ ਵਿੱਚ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪੜ੍ਹਨੀਆਂ ਪੈਣਗੀਆਂ ਖੁਦ ਹੀ, ਰਾਈਟ। ਸੋ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਪਾਰਟ ਆ ਉਹਦੀ ਅਗਰ ਅਸੀਂ ਗੱਲ ਕਰੀਏ, ਸੋ ਉਹਦੇ ਵਿੱਚ ਹੈਗਾ ਜੀਕੇ, ਜਨਰਲ ਨੌਲੇਜ ਐਂਡ ਕਰੰਟ ਅਫੇਅਰਸ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ, ਠੀਕ ਹੈ। ਔਰ ਉਹਦੇ ਵਿੱਚ ਫਰਦਰ ਇਹਨਾਂ ਨੇ 6 ਪਾਰਟਸ ਬਣਾਏ ਹੋਏ ਨੇ, ਜਿਹਦੇ ਵਿੱਚ ਪਹਿਲਾ ਹੈਗਾ ਇਕਨੋਮਿਕ ਇਸ਼ੂਜ਼, ਸੈਕਿੰਡ ਹੈਗਾ ਪੋਲਿਟੀ ਇਸ਼ੂਜ਼, ਥਰਡ ਹੈਗਾ EVS, ਫੋਰਥ ਹੈਗਾ ਸਾਇੰਸ ਐਂਡ ਟੈਕ, ਫਿਫਥ ਹੈਗਾ ਐਨੀ ਅਦਰ ਕਰੰਟ ਇਸ਼ੂਜ਼, ਠੀਕ ਹੈ। ਔਰ 6th ਹਿਸਟਰੀ ਵਾਲਾ ਪਾਰਟ ਹੈ। ਸੋ ਅਗਰ ਅਸੀਂ ਪਹਿਲੇ 5 ਪਾਰਟਸ ਦੇਖੀਏ, ਉਹਦੇ ਵਿੱਚ ਇਹਨਾਂ ਨੇ ਜਿਵੇਂ ਕਰੰਟ ਅਫੇਅਰਸ ਕਿਹਾ, ਦੈਟ ਡਜ਼ਨਟ ਮੀਨ ਕਿ ਤੁਸੀਂ ਸਿਰਫ ਕਰੰਟ ਅਫੇਅਰਸ ਤੱਕ ਹੀ ਰਹਿਣਾ ਆ, ਠੀਕ ਹੈ। ਉਹਦੇ ਵਿੱਚ ਤੁਹਾਨੂੰ ਸਟੈਟਿਕ ਪੋਰਸ਼ਨ ਜਿਹੜਾ ਆ ਉਹ ਵੀ ਕਵਰ ਕਰਨਾ ਆ, ਬਟ ਜ਼ਿਆਦਾ ਐਮਫੇਸਾਈਜ਼ ਤੁਸੀਂ ਉਸ ਸਟੈਟਿਕ ਪੋਰਸ਼ਨ ਦੇ ਉੱਤੇ ਕਰਨਾ ਜਿਹੜਾ ਕਰੰਟ ਦੇ ਨਾਲ ਨਾਲ ਰਿਹਾ ਹੋਵੇ। ਜਿਵੇਂ ਕਿ ਤੁਸੀਂ ਰੀਸੈਂਟਲੀ ਦੇਖਿਆ ਹੋਊਗਾ ਕਿ NPAs ਕਾਫੀ ਜ਼ਿਆਦਾ ਨਾਨ ਪਰਫੋਰਮਿੰਗ ਐਸੈਟਸ ਜਿਹੜੇ ਅਗਰ ਆਪਾਂ ਇਕੋਨਮੀ ਇਸ਼ੂਜ਼ ਦੀ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਰਹੇ ਨੇ, ਹੈ ਨਾ। ਅਤੇ ਇਹਦੇ ਨਾਲ ਰਿਲੇਟਿਡ ਜਿਹੜਾ ਆ ਜਿਵੇਂ ਮਤਲਬ ਕਿ ਕਿਸ ਤਰ੍ਹਾਂ ਦੇ ਹੁੰਦੇ ਨੇ NPAs, ਜਿਵੇਂ ਸਬ ਸਟੈਂਡਰਡ ਹੁੰਦੇ ਨੇ, ਸਟੈਂਡਰਡ ਹੁੰਦੇ ਨੇ, ਡਾਊਟਫੁਲ ਹੁੰਦੇ ਨੇ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਆ, ਕਿਉਂਕਿ ਇਹ ਸਟੈਟਿਕ ਦਾ ਪਾਰਟ ਹੈ, ਕਰੰਟ ਦਾ ਪਾਰਟ ਨਹੀਂ ਹੈ। ਸੋ ਇਹ ਤਾਂ ਹੋ ਗਈ ਇਕੋਨਮੀ ਦੀ ਗੱਲ। ਇਸੇ ਤਰ੍ਹਾਂ ਪੋਲਿਟੀ ਦੀ ਅਗਰ ਆਪਾਂ ਦੇਖੀਏ, ਠੀਕ ਹੈ, ਪੋਲਿਟੀ ਦੇ ਵਿੱਚ ਜਿਵੇਂ ਆਰਡੀਨੈਂਸ ਇਸ਼ੂ ਕੀਤਾ ਆ, ਆਰਡੀਨੈਂਸ ਦਾ ਆਰਟੀਕਲ ਤੁਹਾਨੂੰ ਪਤਾ ਹੋਣਾ ਚਾਹੀਦਾ। ਬਿੱਲ ਕੋਈ ਇਸ਼ੂ ਆਇਆ, ਪ੍ਰਾਈਵੇਟ ਮੈਂਬਰ ਨੇ, ਹੁਣ ਰੀਸੈਂਟਲੀ ਵਰੁਣ ਗਾਂਧੀ ਨੇ ਜਿਹੜਾ ਆ ਉਹ MSP ਰਿਲੇਟਿਡ ਬਿੱਲ ਜਿਹੜਾ ਇੰਟਰੋਡਿਊਸ ਕੀਤਾ ਸੀ, ਉਹ ਪ੍ਰਾਈਵੇਟ ਮੈਂਬਰ ਬਿੱਲ ਸੀਗਾ। ਸੋ ਪ੍ਰਾਈਵੇਟ ਮੈਂਬਰ ਬਿੱਲ ਕੀ ਹੁੰਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਮਤਲਬ ਕਿ ਕਰੰਟ ਅਫੇਅਰਸ ਦੇ ਨਾਲ ਨਾਲ ਜੋ ਉਹਦਾ ਮਤਲਬ ਸਟੈਟਿਕ GK ਵਾਲਾ ਪਾਰਟ ਹੈ ਉਹ ਵੀ ਤੁਹਾਡਾ ਕਲੀਅਰ ਹੋਣਾ ਚਾਹੀਦਾ ਆ। ਹੁਣ ਇਹਦੇ ਲਈ ਮੈਂ ਜਦੋਂ NAB ਦੀ ਵੀਡੀਓ ਬਣਾਈ ਸੀ, ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਡਿਟੇਲ 'ਚ ਦੱਸਿਆ ਸੀਗਾ ਵੀ NCERTs ਤੁਸੀਂ ਪੜ੍ਹਨੀਆਂ ਆ ਨਾਲ, ਹੈ ਨਾ। ਔਰ ਕਿਉਂਕਿ ਮੈਨੂੰ ਕਾਫੀ ਸਟੂਡੈਂਟਸ ਦਾ ਮੈਸੇਜ ਆਇਆ ਕਿ ਬੜੇ ਸਾਰੇ ਚੈਨਲ ਵਾਲੇ ਕਹਿ ਰਹੇ ਆ ਕਿ NCERTs ਪੜ੍ਹਨੀਆਂ ਹੀ ਪੈਣੀਆਂ ਆ, ਅਤੇ ਉਹ ਗਲਤ ਨਹੀਂ ਕਹਿ ਰਹੇ, ਉਹ ਬਿਲਕੁਲ ਸਹੀ ਕਹਿ ਰਹੇ ਆ। ਕਿਉਂਕਿ ਇਹਦੇ ਵਿੱਚ ਹੁਣ ਜਿਹੜਾ PPSC ਦੇ ਤੁਸੀਂ ਪਿਛਲੇ ਐਗਜ਼ਾਮਸ ਚੁੱਕ ਕੇ ਵੇਖ ਲਓ, ਕਾਫੀ ਉਹਨਾਂ ਨੇ ਆਪਣਾ ਲੈਵਲ ਜਿਹੜਾ ਆ ਉਹ ਐਨਹਾਂਸ ਕਰਤਾ ਆ। ਸੋ ਤੁਹਾਨੂੰ ਆਪਣੀ ਪ੍ਰੈਪਰੇਸ਼ਨ ਉਸ ਹਿਸਾਬ ਦੇ ਨਾਲ ਰੱਖਣੀ ਪੈਣੀ ਹੈ, ਭਾਵੇਂ ਇਕੋਨਮੀ ਹੈ, ਭਾਵੇਂ ਸਾਇੰਸ ਐਂਡ ਟੈਕ ਹੈ, ਭਾਵੇਂ ਇਨਵਾਇਰਮੈਂਟ ਹੈ, ਭਾਵੇਂ ਕੁਛ ਵੀ ਹੈ, ਪੋਲਿਟੀ ਹੈ। ਉਹਦੇ ਲਈ ਪੋਲਿਟੀ ਲਈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਲਕਸ਼ਮੀਕਾਂਤ ਤੁਹਾਨੂੰ ਪੜ੍ਹਨੀ ਹੀ ਪੈਣੀ ਹੈ, ਜੋ ਮਰਜ਼ੀ ਕਰ ਲਓ, ਹੈ ਨਾ। ਹੁਣ ਇਹਦੇ ਵਿੱਚ ਤੁਸੀਂ NCERTs ਜਿਹੜੇ ਉਹਨੂੰ ਸਕਿਪ ਕਰ ਸਕਦੇ ਹੋ ਪੋਲਿਟੀ ਦੇ ਅਗਰ ਆਪਾਂ ਗੱਲ ਕਰੀਏ, ਬਟ ਬਾਕੀ ਜਿਹੜੇ ਆ ਇਕੋਨਮੀ ਹੋ ਗਈ, ਠੀਕ ਹੈ, ਇਨਵਾਇਰਮੈਂਟ ਹੋ ਗਿਆ, ਉਹਦੇ ਲਈ ਤੁਹਾਨੂੰ, ਜਾਂ ਸਾਇੰਸ ਐਂਡ ਟੈਕ ਹੋ ਗਿਆ, ਉਹਦੇ ਲਈ ਤੁਹਾਨੂੰ 9th 10th ਘੱਟੋ ਘੱਟ ਮੈਂ ਕਹਿ ਰਹੀ ਹਾਂ 9th 10th 11th ਅਤੇ 12th ਦੀ NCERTs ਪੜ੍ਹਨੀਆਂ ਹੀ ਪੈਣੀਆਂ ਆ, ਠੀਕ ਹੈ। ਥੋੜ੍ਹਾ ਜਿਹਾ ਮਤਲਬ ਇਹ ਨਹੀਂ ਹੈ ਕਿ ਬਿਲਕੁਲ ਉਹਨੂੰ ਲੱਗ ਜੋ A to Z ਪੜ੍ਹਨ, ਨਹੀਂ, ਉਹਨੂੰ ਥੋੜ੍ਹਾ ਮਤਲਬ ਪੜ੍ਹੋ, ਬੇਸਿਕ ਚੀਜ਼ਾਂ ਪੜ੍ਹੋ, ਅੰਡਰਲਾਈਨ ਕਰੋ, ਔਰ ਕੋਸ਼ਿਸ਼ ਕਰਿਆ ਕਰੋ ਕਿ ਆਪਣੇ, ਹੁਣ ਤਾਂ ਵੈਸੇ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ, ਬਟ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਨੋਟਸ ਜਿਹੜੇ ਹੈ ਨਾਲ ਦੇ ਨਾਲ ਤੁਸੀਂ ਬਣਾਇਆ ਕਰੋ, ਤਾਂ ਕਿ ਜਦੋਂ ਪੇਪਰ ਆਉਣਾ ਆ 1 ਹਫ਼ਤੇ ਪਹਿਲਾਂ ਤੁਸੀਂ ਸਿਰਫ ਆਪਣੇ ਉਹ ਨੋਟਸ ਨੂੰ ਹੀ ਰੀਡ ਕਰ ਪਾਓ, ਠੀਕ ਹੈ। ਇਹ ਬਹੁਤ ਅੱਛਾ, ਜਿਨ੍ਹਾਂ ਦੀ ਵੀ ਇਹ ਹੈਬਿਟ ਹੁੰਦੀ ਹੈ ਨੋਟਸ ਬਣਾਉਣ ਦੀ, ਉਹ ਸਭ ਤੋਂ ਬੈਸਟ ਆ। ਬਾਕੀ ਇਹਦੇ ਲਈ ਮੈਂ ਸੋਰਸ ਤੁਹਾਨੂੰ ਦੱਸ ਦਿੰਦੀ ਹਾਂ। ਇਹ ਇਕੋਨਮੀ ਜਾਂ ਪੋਲਿਟੀ ਇਸ਼ੂਜ਼ ਲਈ ਜੋ ਵੀ ਜਿੰਨੇ ਵੀ ਇਸ਼ੂਜ਼ ਨੇ, ਇਹਦੇ ਲਈ ਤੁਸੀਂ ਵਿਜ਼ਨ IAS ਫੋਲੋ ਕਰ ਸਕਦੇ ਹੋ, ਠੀਕ ਹੈ। ਕੁਛ ਬੱਚੇ ਇਨਸਾਈਟਸ ਫੋਲੋ ਕਰਦੇ ਨੇ, ਕੁਛ ਜਿਹੜੇ ਨੇ ਉਹ GS ਸਕੋਰ ਫੋਲੋ ਕਰਦੇ ਨੇ। ਸੋ ਤਿੰਨੋਂ ਹੀ ਸੋਰਸਿਸ ਬਹੁਤ ਵਧੀਆ ਨੇ, ਬਟ ਪ੍ਰੋਵਾਈਡਡ ਕੰਡੀਸ਼ਨ ਇਹ ਹੈ ਕਿ ਤੁਸੀਂ ਇੱਕ ਹੀ ਸੋਰਸ ਫੋਲੋ ਕਰੋ ਇਹਨਾਂ ਦੇ ਵਿੱਚੋਂ, ਚਾਹੇ ਤੁਸੀਂ GS ਸਕੋਰ ਫੋਲੋ ਕਰੋ, ਚਾਹੇ ਤੁਸੀਂ ਵਿਜ਼ਨ IAS ਫੋਲੋ ਕਰੋ, ਚਾਹੇ ਤੁਸੀਂ ਇਨਸਾਈਟਸ ਫੋਲੋ ਕਰੋ, ਲੇਕਿਨ ਇੱਕ ਹੀ ਸੋਰਸ ਜਿਹੜਾ ਆ ਤੁਸੀਂ ਫੋਲੋ ਕਰਨਾ ਆ, ਮਲਟੀਪਲ ਸੋਰਸਿਸ ਫੋਲੋ ਨਹੀਂ ਕਰਨੇ ਆ। ਇੱਕ ਹੀ ਸੋਰਸ ਨੂੰ ਫੋਲੋ ਕਰੋ, ਉਹਨੂੰ ਘੱਟੋ ਘੱਟ ਪੇਪਰ ਤੋਂ ਪਹਿਲਾਂ ਤੁਹਾਡੀ 6 to 7 ਟਾਈਮਸ ਜਿਹੜੀ ਆ ਉਹ ਰਿਵੀਜ਼ਨ ਮਸਟ ਹੈ। ਅਗਰ ਤੁਸੀਂ ਰਿਵਾਈਜ਼ ਨਹੀਂ ਕਰੋਗੇ ਨਾ ਤਾਂ ਤੁਹਾਨੂੰ ਕੁਛ ਵੀ ਯਾਦ ਨਹੀਂ ਰਹਿਣਾ, ਠੀਕ ਹੈ। ਜੇ ਤੁਸੀਂ ਕਹੋਗੇ ਇੱਕ ਵਾਰੀ ਅਸੀਂ ਪੜ੍ਹ ਲਿਆ, 2 ਵਾਰੀ ਪੜ੍ਹ ਲਿਆ, ਬਸ ਸਫੀਸ਼ੀਐਂਟ ਹੈ, ਹੁਣ ਤੁਸੀਂ ਪੇਪਰ ਦੇ ਵਿੱਚ ਕੁਐਸਚਨ ਸੋਲਵ ਕਰ ਸਕਾਂਗੇ, ਤੁਸੀਂ ਨਹੀਂ ਕਰ ਪਾਓਗੇ, ਮੇਰੀ ਗਾਰੰਟੀ ਹੈ, ਠੀਕ ਹੈ। 6 ਤੋਂ 7 ਵੀ ਮੈਂ ਤੁਹਾਨੂੰ ਮਿਨੀਮਮ ਕਹਿ ਰਹੀ ਹਾਂ ਕਿ ਇੰਨੀਆਂ ਤੁਹਾਨੂੰ ਰਿਵੀਜ਼ਨਸ ਚਾਹੀਦੀਆਂ ਹੀ ਹੈ। ਸੋ ਇਹ ਤਾਂ ਹੋ ਗਈ ਕਰੰਟ ਵਾਲੇ ਇਸ਼ੂਜ਼ ਦੀ ਪਾਰਟ ਜਾਂ ਸਟੈਟਿਕ ਵਾਲੇ ਇਸ਼ੂਜ਼ ਦੀ। ਸਟੈਟਿਕ ਲਈ ਮੈਂ ਤੁਹਾਨੂੰ ਦੱਸਤਾ ਵੀ 9 ਤੋਂ ਲੈ ਕੇ 12th ਦੀ ਘੱਟੋ ਘੱਟ, 9th 10th 11th ਦੀ, 12th ਦੀ ਅਗਰ ਤੁਸੀਂ ਛੱਡ ਵੀ ਦਿਓ ਤਾਂ 11th ਤੱਕ ਦੀ NCERTs ਤੁਹਾਨੂੰ ਕਰਨੀਆਂ ਹੀ ਪੈਣੀਆਂ ਆ। ਜੇ ਤੁਹਾਡੇ ਕੋਲ ਕੋਈ ਮਤਲਬ ਵਧੀਆ ਸੋਰਸ ਹੈਗਾ, ਤੁਸੀਂ ਆਲਰੇਡੀ ਕਿਸੇ ਤੋਂ ਕੋਚਿੰਗ ਲਈ ਹੈ NCERTs ਦੀ, ਫਿਰ ਤੁਹਾਨੂੰ ਜ਼ਰੂਰਤ ਨਹੀਂ ਹੈ, ਤੁਸੀਂ ਆਪਣੇ ਨੋਟਸ ਜਿਹੜੇ ਆ ਉਹ ਪੜ੍ਹ ਸਕਦੇ ਆ, ਠੀਕ ਹੈ। ਦੈਨ ਉਸ ਤੋਂ ਬਾਅਦ ਆਉਂਦਾ 6th ਪਾਰਟ, ਜਿਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਲਿਖਿਆ ਹਿਸਟਰੀ
of India with special reference to Indian freedom struggle movement। ਸੋ ਬੜਾ ਹੀ ਕਲੀਅਰ ਕੱਟ ਲਿਖਿਆ ਹੈ ਕਿ ਇਹਨਾਂ ਨੇ ਮਾਡਰਨ ਹਿਸਟਰੀ ਦੇ ਵਿੱਚੋਂ ਹੀ ਕੁਐਸਚਨ ਪੁੱਛਣੇ ਨੇ। ਠੀਕ ਹੈ, ਮੈਂ ਵੀ ਆਪਣੇ ਚੈਨਲ 'ਤੇ ਮਾਡਰਨ ਹਿਸਟਰੀ ਕਰਵਾਈ ਹੋਈ ਹੈ, ਸਾਰੀ ਕੰਪਲੀਟ ਹੈ, ਸੋ ਤੁਸੀਂ ਉੱਥੋਂ ਵੀ ਕਰ ਸਕਦੇ ਹੋ। ਅਦਰਵਾਈਜ਼ ਜੋ ਵੀ ਤੁਸੀਂ ਸੋਰਸ ਇਹਦੇ ਲਈ ਫੋਲੋ ਕਰਦੇ ਹੋ, ਸਪੈਕਟਰਮ ਵਗੈਰਾ ਫੋਲੋ ਕਰਦੇ ਹੋ, ਜੋ ਵੀ ਸੋਰਸ ਫੋਲੋ ਕਰਦੇ ਹੋ ਉਹਨੂੰ ਕਰ ਲਓ, ਉਹਨੂੰ ਹੀ ਜਿਹੜਾ ਆ ਅੱਛੀ ਤਰ੍ਹਾਂ 4-5 ਵਾਰੀ ਰਿਵਾਈਜ਼ ਕਰ ਲਓ। ਦੈਨ ਉਸ ਤੋਂ ਬਾਅਦ ਹੈਗਾ ਹਿਸਟਰੀ ਆਫ ਪੰਜਾਬ 14th ਸੈਂਚੁਰੀ ਔਨਵਰਡ, ਮਤਲਬ ਕਿ ਸਿੱਖੀਜ਼ਮ ਤੋਂ ਉੱਪਰ, ਮਤਲਬ ਸਿੱਖੀਜ਼ਮ ਤੋਂ ਲੈ ਕੇ ਜਿੰਨੀ ਵੀ ਹਿਸਟਰੀ ਹੈ ਮਾਡਰਨ ਹਿਸਟਰੀ ਤੱਕ ਪੰਜਾਬ ਦੀ ਤੁਸੀਂ ਪੜ੍ਹਨੀ ਹੈ। ਠੀਕ ਹੈ, ਇਹ ਵੀ ਸਾਰੀ ਮੈਂ ਕਵਰ ਕਰਵਾਈ ਹੋਈ ਆਪਣੇ ਚੈਨਲ 'ਤੇ, ਜਾਂ ਤੁਸੀਂ ਕੋਈ ਵੀ ਸੋਰਸ ਇਹਦੇ ਲਈ ਫੋਲੋ ਕਰਦੇ ਹੋ ਤਾਂ ਤੁਸੀਂ ਉਹਦੇ ਤੋਂ ਪੜ੍ਹ ਸਕਦੇ ਹੋ। ਸੋ ਇਹ ਹੋ ਗਿਆ ਤੁਹਾਡਾ ਜੀਕੇ ਐਂਡ ਕਰੰਟ ਅਫੇਅਰਸ ਵਾਲਾ ਪਾਰਟ। ਹੁਣ ਨੈਕਸਟ ਹੈਗਾ ਬੀ ਪਾਰਟ, ਜਿਹਦੇ ਵਿੱਚ ਹੈਗਾ ਤੁਹਾਡਾ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ। ਸੋ ਫਸਟ ਹੈਗਾ ਉਹਦੇ ਵਿੱਚ ਅੱਗੋਂ ਸਬ ਪਾਰਟ ਜੋ ਹੈ, ਫਸਟ ਹੈਗਾ ਲੌਜੀਕਲ ਰੀਜ਼ਨਿੰਗ, ਐਨਾਲੀਟੀਕਲ ਐਂਡ ਮੈਂਟਲ ਐਬਿਲਿਟੀ। ਸੋ ਦੇਖਿਆ ਜਾਏ ਤਾਂ ਸਾਰੀ ਹੀ ਰੀਜ਼ਨਿੰਗ ਦੀ ਬੁੱਕ ਤੁਹਾਨੂੰ ਇਹਦੇ ਵਿੱਚ ਕਰਨੀ ਹੈ, RS ਅਗਰਵਾਲ ਵਾਲੀ। ਠੀਕ ਹੈ, ਸੋ ਇਹ ਤੁਹਾਨੂੰ ਬੁੱਕ, ਔਰ ਲੌਜੀਕਲ ਰੀਜ਼ਨਿੰਗ ਖਾਸ ਕਰਕੇ ਜਿਹੜਾ ਪਾਰਟ ਹੈ ਉਹਨੂੰ ਬਹੁਤ ਅੱਛੀ ਤਰ੍ਹਾਂ ਤੁਹਾਨੂੰ ਜਿਹੜਾ ਹੈ ਉਹ ਤੁਹਾਡਾ ਕਲੀਅਰ ਹੋਣਾ, ਜਿਹਦੇ ਵਿੱਚ ਸਾਇਲੋਜਿਜ਼ਮ ਵਗੈਰਾ ਆਉਂਦਾ ਆ। ਠੀਕ ਹੈ, ਇਹਦੇ ਵਿੱਚੋਂ ਤੁਹਾਨੂੰ ਪਤਾ ਹੈ ਕਿ ਕੁਐਸਚਨਸ ਆਉਂਦੇ ਹੀ ਆਉਂਦੇ ਨੇ। ਠੀਕ ਹੈ, ਦੈਨ ਸਟੇਟਮੈਂਟ, ਅਜ਼ੰਪਸ਼ਨਸ, ਕੋਰਸਿਸ ਆਫ ਐਕਸ਼ਨ, ਸੋ ਇਹ ਸਾਰੇ ਸਟੇਟਮੈਂਟ, ਕਨਕਲੂਜਨ, ਇਹ ਸਾਰੇ ਜਿਹੜੇ ਟੌਪਿਕਸ ਨੇ ਇਹ ਤੁਹਾਡੇ ਲੌਜੀਕਲ ਰੀਜ਼ਨਿੰਗ ਦਾ ਪਾਰਟ ਹੈ। ਦੈਨ ਉਸ ਤੋਂ ਬਾਅਦ ਤੁਹਾਡਾ ਹੈਗਾ ਸੈਕਿੰਡ ਪਾਰਟ ਜਿਹੜਾ ਇਹਦੇ ਵਿੱਚ ਹੈਗਾ, ਇਹਦੇ ਵਿੱਚ ਜਿੰਨਾ ਵੀ ਰੀਜ਼ਨਿੰਗ ਦੇ ਕੁਐਸਚਨਸ ਤੁਸੀਂ ਦੇਖ ਲਓ PPSC ਦੇ ਪੇਪਰ 'ਚ, ਉਹਦੇ ਨਾਲ ਦੇ ਕੁਐਸਚਨਸ ਹੀ ਇਹਨਾਂ ਨੇ ਪਾਣੇ ਨੇ, ਉਹੀ ਸਾਰੇ ਜਿਹੜਾ ਰਿਪੀਟ ਹੋਣੇ। ਸੋ ਲੌਜੀਕਲ ਰੀਜ਼ਨਿੰਗ ਦੇ ਵਿੱਚ ਤੁਸੀਂ ਆਲਮੋਸਟ RS ਅਗਰਵਾਲ ਜਿਹੜੀ ਆ ਉਹਨੂੰ ਕਵਰ ਕਰਨਾ ਆ। ਠੀਕ ਹੈ, ਖਾਸ ਕਰਕੇ ਲੌਜੀਕਲ ਰੀਜ਼ਨਿੰਗ ਵਾਲਾ ਪਾਰਟ ਜਿਹਦੇ ਵਿੱਚ ਸਾਇਲੋਜਿਜ਼ਮ ਵਗੈਰਾ ਆਉਂਦਾ ਆ, ਸਟੇਟਮੈਂਟ, ਕਨਕਲੂਜਨ, ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਕਿ ਉਹ 6-7 ਚੈਪਟਰ ਹੈਗੇ ਨੇ ਜਿਹੜੇ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਕਰਨੇ ਨੇ। ਪਲੱਸ ਇੱਕ ਚੈਪਟਰ ਇਹਦੇ ਵਿੱਚ ਜਿਵੇਂ ਇਹਨਾਂ ਨੇ ਮੈਂਟਲ ਐਬਿਲਿਟੀ ਲਿਖਿਆ, ਐਨਾਲੀਟੀਕਲ ਐਂਡ ਮੈਂਟਲ ਐਬਿਲਿਟੀ, ਇਹਦੇ ਵਿੱਚ ਇੱਕ ਹੈਗਾ ਤੁਹਾਡਾ ਮੈਥਮੈਟੀਕਲ ਆਪਰੇਸ਼ਨਸ ਵਾਲਾ ਚੈਪਟਰ, ਇਹਨੂੰ ਵੀ ਬਹੁਤ ਅੱਛੀ ਤਰ੍ਹਾਂ ਤੁਸੀਂ ਕਰਨਾ ਆ। ਠੀਕ ਹੈ, ਜਿਹਦੇ ਵਿੱਚ ਉਹ ਸਾਇੰਸ ਦਿੱਤੇ ਹੁੰਦੇ ਆ ਕਿ ਇਹ ਅਲਫਾ ਪਰਸੈਂਟੇਜ, ਠੀਕ ਹੈ, ਇਸ ਤਰ੍ਹਾਂ ਦੇ ਡਾਲਰ ਸਾਈਨ ਦਿੱਤਾ ਹੁੰਦਾ ਆ, ਤੁਹਾਨੂੰ ਯਾਦ ਆ ਗਿਆ ਹੋਊਗਾ। ਸੋ ਇੱਦਾਂ ਦੇ ਮਤਲਬ ਲੈਸ ਦੈਨ ਇਕੁਅਲ ਟੂ, ਇਹ ਮੈਥਮੈਟੀਕਲ ਆਪਰੇਸ਼ਨਸ ਵਾਲਾ ਚੈਪਟਰ ਅੱਛੀ ਤਰ੍ਹਾਂ ਕਰਨਾ ਹੈ। ਔਰ ਇਹਦੇ ਨਾਲ ਨਾਲ ਇੱਕ ਚੈਪਟਰ ਜਿਹਦੇ ਵਿੱਚੋਂ ਬਹੁਤ ਕੁਐਸਚਨਸ ਆਉਂਦੇ ਨੇ, ਅਰਿਥਮੈਟਿਕ ਰੀਜ਼ਨਿੰਗ। ਠੀਕ ਹੈ, ਸੋ ਅਰਿਥਮੈਟਿਕ ਰੀਜ਼ਨਿੰਗ ਦੇ ਵਿੱਚੋਂ ਬਹੁਤ ਜ਼ਿਆਦਾ ਕੁਐਸਚਨਸ ਜਿਹੜੇ ਆ ਪੁੱਛਦੇ, ਜਿਹਦੇ ਵਿੱਚ ਉਹ ਨਹੀਂ ਹੁੰਦਾ ਇੱਕ ਕੁਐਸਚਨ ਮੌਂਕੀ ਵਾਲਾ ਕਿ ਮੌਂਕੀ ਜਿਹੜਾ ਪੂਲ 'ਤੇ ਚੜ੍ਹਿਆ, ਉਹ ਸਾਰੇ ਕੁਐਸਚਨਸ ਦਾ ਸਭ ਨੂੰ ਆਨਸਰ ਯਾਦ ਹੋ ਗਿਆ ਕਿ ਉਹਨੇ 6 ਵਜੇ ਜਿਹੜਾ ਆ ਪੂਲ 'ਤੇ ਪਹੁੰਚਣਾ ਆ, ਫਲੈਗ ਨੂੰ ਫੜਨਾ ਆ। ਠੀਕ ਆ, ਇੱਦਾਂ ਦੇ ਕੁਐਸਚਨਸ ਉਸ ਚੈਪਟਰ ਦੇ ਵਿੱਚ ਹੈਗੇ ਨੇ। ਫਿਰ ਇਹਦੇ ਵਿੱਚ ਹੈਗਾ ਕਿ ABCD ਹੁੰਦੇ ਆ, B ਕਹਿੰਦਾ ਕਿ ਮੈਂ ਤੈਨੂੰ 8 ਕਾਰਡ ਦੇਣਾ, ਤੂੰ ਮੈਨੂੰ 3 ਕਾਰਡ ਦੇ, ਉਹਦੇ ਕੋਲ A ਕੋਲ ਇੰਨੇ ਹੋ ਗਏ, D ਕੋਲ ਇੰਨੇ ਹੋ ਗਏ। ਸੋ ਇਸ ਤਰ੍ਹਾਂ ਦੇ ਕੁਐਸਚਨਸ ਜਿਹੜੇ ਨੇ ਇਹਦੇ ਵਿੱਚ ਹੈਗੇ ਨੇ, ਸੋ ਉਹ ਤੁਹਾਨੂੰ ਯਾਦ ਕਰਨੇ ਨੇ, ਪ੍ਰੈਕਟਿਸ, ਯਾਦ ਨਹੀਂ, ਸੌਰੀ, ਪ੍ਰੈਕਟਿਸ ਕਰਨੇ ਨੇ। ਠੀਕ ਹੈ, ਦੈਨ ਉਸ ਤੋਂ ਬਾਅਦ ਸੈਕਿੰਡ ਪਾਰਟ ਜਿਹੜਾ ਹੈਗਾ ਇਹਦੇ ਵਿੱਚ ਹੈਗਾ ਬੇਸਿਕ ਨਿਊਮੈਰੀਕਲ ਸਕਿੱਲਸ ਨੇ, ਨੰਬਰਸ ਨੇ। ਬੇਸਿਕ ਨਿਊਮੈਰੀਕਲ ਸਕਿੱਲਸ ਦੇ ਵਿੱਚ ਤੁਹਾਡੇ ਉਹੀ ਮਤਲਬ ਮੈਥਸ, ਕੁਆਂਟਸ ਹੀ ਆ ਗਿਆ ਇੱਕ ਤਰ੍ਹਾਂ ਦਾ। ਠੀਕ ਹੈ, ਜਿਹਦੇ ਵਿੱਚ ਤੁਹਾਡਾ HCF LCM ਵਾਲੇ ਕੁਐਸਚਨਸ ਜਿਹੜੇ ਨੇ ਉਹ ਆ ਜਾਂਦੇ ਨੇ। ਠੀਕ ਹੈ, ਦੈਨ ਨੰਬਰਸ ਦੇ ਵਿੱਚ ਨੰਬਰ ਸਿਸਟਮ ਵਗੈਰਾ ਆ ਜਾਂਦਾ, ਰਾਈਟ। ਦੈਨ ਉਸ ਤੋਂ ਬਾਅਦ ਇੱਕ ਇਹਨਾਂ ਨੇ ਟੌਪਿਕ ਲਿਖਿਆ ਹੋਇਆ ਆ ਮੈਗਨੀਟਿਊਡ, ਜਿੱਤੋਂ ਕਾਫੀ ਬੱਚੇ ਜਿਹੜੇ ਆ ਕਨਫਿਊਜ਼ ਹੋ ਗਏ ਆ, ਬਟ ਇਹ ਕੁਛ ਨਹੀਂ ਹੈਗਾ। ਮੈਗਨੀਟਿਊਡ ਕੀ ਹੁੰਦਾ ਕਿ ਜਦੋਂ ਆਪਾਂ ਮਤਲਬ ਕੋਈ ਵੀ ਦੋ ਐਂਟੀਟੀਜ਼ ਨੇ ਉਹਨਾਂ ਨੂੰ ਆਪਾਂ ਕੰਪੇਅਰ ਕਰਦੇ ਹਾਂ ਨਾ, ਅਤੇ ਉਹ ਮਤਲਬ ਉਹ ਤੁਹਾਡਾ ਇਸ ਚੈਪਟਰ ਦੇ ਅੰਡਰ ਜਿਹੜਾ ਕਵਰ ਹੁੰਦਾ ਹੈ। ਜਿਵੇਂ ਕਿ ਹਾਈਟਸ ਹੋ ਗਈਆਂ, ਠੀਕ ਹੈ, ਕਿ ਉਹਦੀ ਹਾਈਟ ਉਹਦੇ ਨਾਲੋਂ A ਦੀ ਹਾਈਟ ਜਿਹੜੀ ਆ B ਦੇ ਨਾਲੋਂ ਵੱਧ ਹੈ, C ਦੀ ਹਾਈਟ ਜਿਹੜੀ ਆ A ਅਤੇ B ਦੇ ਵਿਚਕਾਰ ਹੈ। ਠੀਕ ਹੈ, ਹਾਈਟਸ ਹੋ ਗਏ, ਵੇਟਸ ਹੋ ਗਏ, ਰਾਈਟ, ਏਜਿਸ ਹੋ ਗਈਆਂ। ਸੋ ਇਹ ਤੁਹਾਡਾ ਜਿਹੜਾ ਮੈਗਨੀਟਿਊਡ ਵਾਲੇ ਚੈਪਟਰ ਦੇ ਵਿੱਚ ਕਵਰ ਹੁੰਦਾ ਆ, ਰਾਈਟ। ਦੈਨ ਉਸ ਤੋਂ ਬਾਅਦ ਤੁਹਾਡਾ ਹੈਗਾ ਪਰਸੈਂਟੇਜ, ਤੁਹਾਨੂੰ ਪਤਾ ਹੀ ਹੈ। ਨਿਊਮੈਰੀਕਲ ਰਿਲੇਸ਼ਨਸ ਐਪਰੀਸੀਏਸ਼ਨ ਦੇ ਵਿੱਚ ਤੁਹਾਡੀ ਨੰਬਰ ਸੀਰੀਜ਼ ਆ ਜਾਂਦੀ ਆ। ਠੀਕ ਹੈ, ਦੈਨ ਇਸ ਤੋਂ ਇਲਾਵਾ ਇਹ ਮੈਨੂੰ ਇਹਦੇ 'ਤੇ ਕਲੀਅਰ ਨਹੀਂ ਸੀ, ਫਿਰ ਮੈਂ ਆਪਣੇ ਮੈਥਸ ਐਕਸਪਰਟ ਨੂੰ ਪੁੱਛਿਆ। ਫਿਰ ਉਹਦੇ ਵਿੱਚ ਇੱਕ ਤੁਹਾਡੇ ਉਹ ਕੁਐਸਚਨ ਆਉਂਦੇ ਹੁੰਦੇ ਨਾ ਸੈੱਟ ਵਾਲੇ, ਇੱਦਾਂ ਮਤਲਬ ਕਿ ਇਹ ਜਿਹੜਾ ਇੰਗਲਿਸ਼, ਹਿੰਦੀ, ਪੰਜਾਬੀ ਤਿੰਨੇ ਪੜ੍ਹਦਾ ਹੈ, ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਆ ਉਹ ਵੀ ਇਹਦੇ ਵਿੱਚ ਤੁਹਾਨੂੰ ਕਰਨੇ ਆ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਆ। ਇਹ ਕੁਐਸਚਨ ਇੱਕ ਅੱਧਾ ਪੱਕਾ ਇਹਦੇ 'ਚੋਂ ਆਏਗਾ ਹੀ ਆਏਗਾ। ਸੈੱਟ ਥਿਊਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਸੈੱਟ ਥਿਊਰੀ ਵਾਲਾ ਚੈਪਟਰ ਜਿਹੜਾ ਅੱਛੀ ਤਰ੍ਹਾਂ ਕਰ ਲਿਓ, ਪਲੱਸ ਨੰਬਰ ਸੀਰੀਜ਼ ਜਿਹੜੀ ਅੱਛੀ ਤਰ੍ਹਾਂ ਕਰ ਲਿਓ। ਦੈਨ ਇਹਦਾ ਲਾਸਟ ਪਾਰਟ ਜਿਹੜਾ ਹੈਗਾ ਆ ਉਹ ਹੈਗਾ ਡਾਟਾ ਐਨਾਲਿਸਿਸ, ਗ੍ਰਾਫਿਕਲ ਪ੍ਰੈਜੈਂਟੇਸ਼ਨ, ਚਾਰਟਸ, ਟੇਬਲ, ਸਪਰੈਡਸ਼ੀਟ। ਸੋ ਇਹ ਸਾਰਾ ਤੁਹਾਡਾ ਡਾਟਾ ਇੰਟਰਪ੍ਰੀਟੇਸ਼ਨ ਦਾ ਪਾਰਟ ਹੈ, DI ਦਾ, ਜਿਹਦੇ ਵਿੱਚ ਤੁਹਾਨੂੰ
ਬਾਰ ਗ੍ਰਾਫ ਦੀ ਫਾਰਮ ਦੇ ਵਿੱਚ ਵੀ ਕੁਐਸਚਨਸ ਆਉਣਗੇ, ਤੁਹਾਨੂੰ ਪਾਈ ਚਾਰਟ ਦੀ ਫਾਰਮ ਦੇ ਵਿੱਚ ਵੀ ਕੁਐਸਚਨਸ ਆਉਣਗੇ, ਠੀਕ ਹੈ। ਤੁਹਾਨੂੰ ਟੇਬਲਸ ਦੀ ਫਾਰਮ ਦੇ ਵਿੱਚ ਵੀ ਕੁਐਸਚਨ ਆਉਣਗੇ ਅਤੇ ਸਪਰੈਡਸ਼ੀਟ ਦੇ ਫਾਰਮ ਦੇ ਵਿੱਚ ਵੀ ਜਿਹੜੇ ਤੁਹਾਨੂੰ ਹੈ ਕੁਐਸਚਨਸ ਆਉਣਗੇ, ਜਿਹਦੇ ਵਿੱਚ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਹੈ ਦਿੱਤੀ ਹੋਏਗੀ। ਸੋ ਇਹ ਸਾਰਾ ਇਹਦੇ ਵਾਸਤੇ ਤੁਸੀਂ ਕੋਈ ਵੀ ਸਟੈਂਡਰਡ ਬੁੱਕ ਜਿਹੜੀ ਹੈ RS ਅਗਰਵਾਲ ਲੌਜੀਕਲ ਰੀਜ਼ਨਿੰਗ ਮੈਂਟਲ ਐਬਿਲਿਟੀ ਲਈ, ਜਾਂ ਅਰੁਣ ਸ਼ਰਮਾ ਜੇ ਤੁਸੀਂ ਹੋਰ ਐਡਵਾਂਸ ਲੈਵਲ ਦੀ ਪੜ੍ਹਨੀ ਹੈ ਤਾਂ ਅਰੁਣ ਸ਼ਰਮਾ ਤੁਸੀਂ ਪੜ੍ਹ ਸਕਦੇ ਹੋ, ਠੀਕ ਹੈ। ਸੋ ਇਹ 2 ਬੁੱਕਸ ਮੈਂ ਰਿਕਮੈਂਡ ਕਰੂੰਗੀ, ਕਿਉਂਕਿ ਇਹ ਦੋਵੇਂ ਬੁੱਕਸ ਜਿਹੜੀਆਂ ਕਾਫੀ ਅੱਛੀਆਂ ਸਟੈਂਡਰਡ ਵਾਲੀਆਂ ਬੁੱਕਸ ਨੇ, ਰਾਈਟ। ਸੋ ਬਾਕੀ ਅਗਰ ਫਿਰ ਵੀ ਤੁਹਾਨੂੰ ਇਹਦੇ 'ਚੋਂ ਕੋਈ ਡਾਊਟ ਹੋਏ ਤਾਂ ਤੁਸੀਂ ਜਿਹੜਾ ਆ ਮੈਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚੋਂ ਪੁੱਛ ਸਕਦੇ ਹੋ। ਸੋ ਦੈਟ ਵਾਜ਼ ਆਲ। ਜਿਨ੍ਹਾਂ ਨੇ ਵੀ ਅਪਲਾਈ ਕੀਤਾ ਹੈ, ਆਲ ਦੀ ਬੈਸਟ ਫਰੋਮ ਮਾਈ ਸਾਈਡ।